शालोम, प्रेज द लॉर्ड। प्रभु आप सबको आशीष दे, सबको जय मसीह की। और हम आप सबका स्वागत करते हैं प्रभु यीशु मसीह के समर्थी नाम में। हम आज के दिन के लिए जो प्रभु ने हमें दिया है, हम बड़े परमेश्वर के शुक्रगुजार हैं और परमेश्वर की स्तुति करते हैं कि आज परमेश्वर ने हमें एक बार फिर अवसर दिया कि हम प्रभु की आराधना कर सकें और उसके नाम को ऊंचा कर सकें। आइए हम सब अपने सर को झुकाएं और प्रार्थना करें। प्यारे पिता, आपका धन्यवाद करते हैं जब आपकी आराधना करने के लिए आपने हमें इस समय दिया। जीवित परमेश्वर, जो लोग आज हमारे साथ प्यारे प्रभु जुड़ रहे हैं, इनके लिए धन्यवाद करते हैं जिन्होंने प्यारे प्रभु आज महान पिता परमेश्वर इस वचन को सुनने के लिए, आराधना को सुनने के लिए और प्यारे प्रभु आपकी आराधना करने के लिए अपने जीवन को समर्पित किया है। इन सबों के लिए हम धन्यवाद करते हैं। आपकी आशीष एक एक जीवन पर आए, महिमा और आदर आपको मिले और आज की सारी वर्शिप पर आपकी आराधना खुदावंद बड़ी आशीष को यीशु मसीह के नाम से आमीन आमीन। आइए हम सब प्रभु की आराधना करें। जीवन मिलिया आशीष गहरी बरकत आई है खुदा। बंधन टूट गए गम भी मुक गए अश्रु सुख गए है खुदा। बंधन टूट गए गम भी मुक गए अश्रु सुख गए खुदा। जीवन मिलिया आशीष गहरी बरकत आई है खुदा। मेरे काल बन जांदा, ख्याल रखदा हर पल दा, मेरे दुख सुख दा सांझी मेरे नाल चलदा। ना मैं अकना ना मैं थकना करांगा महिमा है खुदा। ना मैं अकना ना मैं थकना करांगी महिमा है खुदा। जीवन मिलिया आशीष गहरी बरकत आई है खुदा। ईमान जो मैं करया पल यीशु दा पढ़िया, उन्हें तरस मेरे ते था मैंने चंगा ही करया। चाहे चढ़ गए डूबे भी कर गए दुश्मन हर गए खुदा। चाहे चढ़ गए डूबे भी कर गए दुश्मन हर गए खुदा। जीवन मिलिया आशीष गहरी बरकत आई है खुदा। जीवन मिलिया आशीष गहरी बरकत आई है खुदा। वो बंधन टूट गए गम भी मुक गए अश्रु सुख गए खुदा। वो बंधन टूट गए गम भी मुक गए अश्रु सुख गए खुदा। जीवन मिलिया आशीष गहरी बरकत आई है खुदा। थैंक यू लॉर्ड। प्रभु, हम आपकी आराधना करते हैं कि आपने बंधनों को तोड़ा है, आपने हमें स्वतंत्र किया है। आपकी स्तुति करते हैं यीशु मसीह के नाम में, आमीन। प्रेज द लॉर्ड।
प्रभु की स्तुति हो, प्रभु का धन्यवाद हो, प्रभु की महिमा होवे कि परमेश्वर ने ਅੱਜ ਇੱਕ ਵਾਰ ਫੇਰ ਪ੍ਰਭੂ ਦੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਉਸ ਦੇ ਵਚਨਾਂ ਦੇ ਦੁਆਰਾ ਸਾਨੂੰ ਇਸ ਜਗ੍ਹਾ ਤੇ ਉਪਸਥਿਤ ਕੀਤਾ। ਅਸੀਂ ਪਰਮੇਸ਼ਵਰ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ਵਰ ਨੇ ਪਿਛਲੇ ਸਮੇਂ ਵਿੱਚ ਆਪਣੇ ਵਚਨਾਂ ਦੇ ਰਾਹੀਂ ਜੋ ਸਾਡੇ ਨਾਲ ਗੱਲਾਂ ਕੀਤੀਆਂ ਔਰ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਬਰਕਤ ਪਾਈ, ਆਸ਼ੀਸ਼ ਪਾਈ ਔਰ ਲਗਾਤਾਰ ਅਸੀਂ ਵੇਖ ਰਹੇ ਹਾਂ ਕਿ ਪਰਮੇਸ਼ਵਰ ਬਹੁਤ ਸਾਰੇ ਭੈਣਾਂ ਭਰਾਵਾਂ ਨੂੰ ਜੋ ਇਸ ਵਚਨ ਦੇ ਮਾਧਿਅਮ ਦੇ ਰਾਹੀਂ ਜੋ ਸਿੱਖ ਰਹੇ ਨੇ, ਪਰਮੇਸ਼ਵਰ ਦੇ ਵਚਨ ਨੂੰ ਸਿੱਖ ਰਹੇ ਨੇ ਔਰ ਆਸ਼ੀਸ਼ ਪਾ ਰਹੇ ਨੇ। ਮੈਂ ਉਹਨਾਂ ਲਈ ਪਰਮੇਸ਼ਵਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਅੱਜ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਧਿਆਨ ਦੇਵਾਂਗੇ ਪਰਮੇਸ਼ਵਰ ਦੇ ਵਚਨ ਤੇ ਜ਼ਬੂਰ 102 ਔਰ ਉਸ ਦਾ 13 ਵਚਨ। ਅਗਰ ਤੁਹਾਡੇ ਕੋਲ ਪਵਿੱਤਰ ਬਾਈਬਲ ਹੈ ਤੁਸੀਂ ਆਪਣੀ ਬਾਈਬਲ ਖੋਲ੍ਹ ਸਕਦੇ ਹੋ। ਆਪਣੀ ਬਾਈਬਲ ਨੂੰ ਖੋਲੀਏ, ਆਓ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸ਼ੁਰੂ ਕਰਾਂਗੇ ਔਰ ਪੜਾਂਗੇ। ਪਲੀਜ਼। ਤੂੰ ਉੱਠੇਗਾ ਤੇ ਸਿਯੋਨ ਉੱਤੇ ਰਹਿਮ ਕਰੇਗਾ, ਕਿਉਂ ਜੋ ਤਰਸ ਖਾਣ ਦਾ ਸਮਾਂ ਸਗੋਂ ਥਾਪਿਆ ਹੋਇਆ ਵੇਲਾ ਆ ਪੁੱਜਿਆ ਹੈ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ। ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ਵਰ ਦਾ ਟਾਈਮ ਜੋ ਤੁਹਾਡੇ ਲਈ ਠਹਿਰਾਇਆ ਗਿਆ ਸੀ ਉਹ ਤੁਹਾਡੇ ਲਈ ਟਾਈਮ ਆ ਚੁੱਕਾ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਕਈ ਵਾਰ ਅਸੀਂ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਵੇਖਦੇ ਹਾਂ ਜੋ ਦੁਨੀਆ ਦੇ ਵਿੱਚ ਵਾਪਰ ਰਹੇ ਨੇ ਔਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਹੁਣ ਪਰਮੇਸ਼ਵਰ ਦੀ ਮੇਰੇ ਤੇ ਕਿਰਪਾ ਨਹੀਂ ਹੈ, ਪਰਮੇਸ਼ਵਰ ਸਾਡੇ ਤੇ ਹੁਣ ਕਿਰਪਾ ਨਹੀਂ ਕਰੇਗਾ। ਪਰ ਮੇਰੇ ਪਿਆਰੇ ਭੈਣੋ ਭਰਾਵੋ, ਮੈਂ ਜਦੋਂ ਪਰਮੇਸ਼ਵਰ ਦੇ ਵਚਨ ਨੂੰ ਵੇਖਦਾ, ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ਵਰ ਸਿਯੋਨ ਤੋਂ ਤੁਹਾਡੇ ਤੇ ਦਇਆ ਕਰਦਾ ਹੈ, ਪਰਮੇਸ਼ਵਰ ਤੁਹਾਡੇ ਤੇ ਕਿਰਪਾ ਕਰਦਾ ਹੈ ਔਰ ਉਹ ਤੁਹਾਡੇ ਫੇਵਰ ਦੇ ਵਿੱਚ ਹੈ ਔਰ ਪਰਮੇਸ਼ਵਰ ਚਾਹੁੰਦਾ ਹੈ ਕਿ ਉਹ ਤੁਹਾਨੂੰ ਆਸ਼ੀਸ਼ਿਤ ਕਰੇ ਕਿਉਂਕਿ ਤੁਹਾਡੇ ਲਈ ਠਹਿਰਾਇਆ ਹੋਇਆ ਵੇਲਾ ਆ ਪਹੁੰਚਿਆ ਹੈ। ਸੋ ਪਰਮੇਸ਼ਵਰ ਦਾ ਟਾਈਮ ਅੱਜ ਤੁਹਾਡੇ ਲਈ ਮੇਰੇ ਪਿਆਰੇ ਭੈਣੋ ਭਰਾਵੋ। ਬਾਈਬਲ ਸਾਨੂੰ ਦੱਸਦੀ ਹੈ ਅੱਜ ਦੇ ਦਿਨ ਦੇ ਬਾਰੇ। ਅੱਜ ਦਾ ਦਿਨ ਦਾ ਮਤਲਬ ਹੈ ਬਾਈਬਲ 'ਚ ਲਿਖਿਆ ਫਰਮ ਦਿਸ ਡੇ ਆਈ ਵਿਲ ਬਲੈਸ ਯੂ, ਮੈਂ ਅੱਜ ਦੇ ਦਿਨ ਤੋਂ ਤੈਨੂੰ ਆਸ਼ੀਸ਼ ਦੇਵਾਂਗਾ। ਜਦੋਂ ਪਰਮੇਸ਼ਰ ਅੱਜ ਦੀ ਗੱਲ ਕਰਦਾ ਤਾਂ ਕਹਿੰਦਾ ਹੈ ਕਿ ਅੱਜ ਹੀ ਮਨ ਪਾਉਂਦਾ ਸਮਾਂ ਅਤੇ ਅੱਜ ਹੀ ਮੁਕਤੀ ਦਾ ਦਿਨ ਹੈ। ਸੋ ਮੈਂ ਪਰਮੇਸ਼ਰ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ਰ ਆਪਣੇ ਟਾਈਮ ਨੂੰ ਜੋ ਅੱਜ ਸਾਡੇ ਲਈ ਦਿੰਦਾ ਹੈ ਉਸ ਵਚਨ ਦੇ ਮੁਤਾਬਕ ਜੋ ਅੱਜ ਅਸੀਂ ਹੁਣੇ ਪੜ੍ਹਿਆ ਹੈ ਉਸ ਵਚਨ ਤੇ ਧਿਆਨ ਦੇਈਏ। ਪਰਮੇਸ਼ਰ ਦਾ ਵਚਨ ਜ਼ਬੂਰ 102 ਦੀ 13 ਆਇਤ ਜੋ ਸਾਨੂੰ ਦੱਸਦੀ ਹੈ ਕਿ ਉਹ ਸਿਯੋਨ ਤੋਂ ਉੱਠੇਗਾ ਤੇ ਕੀ ਕਰੇਗਾ? ਰਹਿਮ ਕਰੇਗਾ। ਹਾਲੇਲੂਇਆ। ਅੱਜ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਦੇ ਰਹਿਮ ਦੀ, ਪਰਮੇਸ਼ਰ ਦੇ ਤਰਸ ਦੀ ਜ਼ਰੂਰਤ ਹੈ। ਕਿ ਤੁਹਾਨੂੰ ਪਰਮੇਸ਼ਰ ਦਾ ਰਹਿਮ ਚਾਹੀਦਾ ਹੈ? ਪਰਮੇਸ਼ਵਰ ਦਾ ਰਹਿਮ, ਪਰਮੇਸ਼ਵਰ ਦਾ ਤਰਸ ਜੇ ਅਗਰ ਤੁਹਾਨੂੰ ਚਾਹੀਦਾ ਹੈ ਤਾਂ ਅਸੀਂ ਕੀ ਕਰਨਾ ਹੈ ਔਰ ਸਾਨੂੰ ਪਰਮੇਸ਼ਵਰ ਦੇ ਤਰਸ ਨੂੰ ਪਾਉਣ ਵਾਸਤੇ ਪਰਮੇਸ਼ਵਰ ਦੇ ਵਚਨ 'ਚੋਂ ਕੀ ਸਿੱਖਿਆ ਮਿਲਦੀ ਹੈ ਉਸ 'ਤੇ ਧਿਆਨ ਦੇਵਾਂਗੇ। ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਕਿ ਪਰਮੇਸ਼ਵਰ ਤੁਹਾਡੇ ਫੇਵਰ ਦੇ ਵਿੱਚ ਹੈ, ਪਰਮੇਸ਼ਵਰ ਤੁਹਾਡੇ ਨਾਲ ਹੈ, ਪਰਮੇਸ਼ਵਰ ਤੁਹਾਡੇ ਲਈ ਤਰਸ ਨਾਲ ਭਰਿਆ ਹੋਇਆ ਪਰਮੇਸ਼ਵਰ ਤੁਹਾਡੇ ਲਈ ਖੜਾ ਹੈ। ਹਾਲੇਲੂਇਆ। ਪ੍ਰਭੂ ਦੀ ਸਤੁਤੀ ਹੋਵੇ ਕਿ ਪਰਮੇਸ਼ਵਰ ਸਾਡੇ ਨਾਲ ਹੈ। ਜਦੋਂ ਅਸੀਂ ਅੱਜ ਇਸ ਵਰਤਮਾਨ ਬੁਰੇ ਸੰਸਾਰ ਨੂੰ ਵੇਖਦੇ ਹਾਂ ਤਾਂ ਕਈ ਵਾਰ ਕਈ ਲੋਕਾਂ ਦਾ, ਕਈ ਵਿਸ਼ਵਾਸੀਆਂ ਦਾ ਦਿਲ ਵੀ ਜਿਹੜਾ ਹੈ ਉਹ ਬਹੁਤ ਹੀ ਕਮਜ਼ੋਰ ਹੋ ਜਾਂਦਾ ਹੈ ਕਿ ਅੱਜ ਇਸ ਸਮੇਂ ਵਿੱਚ ਜੋ ਚੱਲ ਰਿਹਾ ਹੈ ਦੁਨੀਆ ਤੇ ਬੜਾ ਮਾੜਾ ਸਮਾਂ ਚੱਲ ਰਿਹਾ ਹੈ ਔਰ ਅਸੀਂ ਵੇਖਦੇ ਹਾਂ ਤੇ ਫਿਰ ਅਸੀਂ ਦੇਖਦੇ ਕਿ ਕਈ ਲੋਕ ਘਬਰਾ ਜਾਂਦੇ ਨੇ ਔਰ ਕਹਿੰਦੇ ਨੇ ਕਿ ਅਗਲਾ ਸਮਾਂ ਹੋਰ ਔਖਾ ਹੋਵੇਗਾ, ਪਰ ਸਾਡੇ ਨਾਲ ਕੀ ਹੋਵੇਗਾ, ਸਾਡੇ ਉੱਤੇ ਕੀ ਬੀਤੇਗਾ। ਸੋ ਮੇਰੇ ਪਿਆਰੇ ਭੈਣੋ ਭਰਾਵੋ, ਮੈਂ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਤੁਹਾਨੂੰ ਉਤਸ਼ਾਹਿਤ ਕਰਦਾ ਹਾਂ ਕਿ ਪਰਮੇਸ਼ਵਰ ਦਾ ਤਰਸ ਤੁਹਾਡੇ ਉੱਤੇ ਹੈ, ਪਰਮੇਸ਼ਵਰ ਤੁਹਾਡੇ ਨਾਲ ਹੈ, ਪਰਮੇਸ਼ਵਰ ਤੁਹਾਡੇ ਫੇਵਰ ਦੇ ਵਿੱਚ ਹੈ। ਮੈਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਕੁਝ ਗੱਲਾਂ ਤੇ ਧਿਆਨ ਦੇਵਾਂਗਾ ਔਰ ਪਰਮੇਸ਼ਵਰ ਦੇ ਵਚਨ ਦੇ ਵਿੱਚ ਜੈਨੇਸਿਸ ਉਸ ਦੀ 6 ਅਧਿਆਇ ਯਾਨੀ ਕਿ ਤੁਸੀਂ ਆਪਣੇ ਉਤਪਤੀ ਦੀ ਕਿਤਾਬ ਦਾ 6 ਅਧਿਆਇ ਤੇ ਉਹਦਾ 8 ਵਚਨ ਕੱਢੋ ਔਰ ਉਸ ਵਚਨ ਨੂੰ ਪੜੋ ਔਰ ਦੇਖਾਂਗੇ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਹੈ। ਪਰ ਨੂਹ ਉੱਤੇ ਯਹੋਵਾ ਦੀ ਕਿਰਪਾ ਦੀ ਨਿਗਾਹ ਹੋਈ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਅਸੀਂ ਵੇਖਦੇ ਹਾਂ ਇਸੇ ਤਰ੍ਹਾਂ ਦਾ ਟਾਈਮ ਜੋ ਅੱਜ ਦਾ ਟਾਈਮ ਇਸ ਸੰਸਾਰ ਤੇ ਚੱਲ ਰਿਹਾ ਹੈ, ਪਾਪ ਨਾਲ ਭਰਿਆ ਹੋਇਆ ਸੰਸਾਰ ਸਾਨੂੰ ਅੱਜ ਦਿਖਾਈ ਦਿੰਦਾ ਹੈ। ਹਰ ਪਾਸੇ ਪਾਪ ਹੀ ਪਾਪ ਹੈ, ਆਫਤਾਂ ਹੀ ਆਫਤਾਂ ਨੇ ਔਰ ਅਸੀਂ ਜਦੋਂ ਇਸ ਦੀ ਤੁਲਨਾ ਕਰਦੇ ਹਾਂ ਤਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਨੂਹ ਦੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀ। ਉਸ ਸਮੇਂ ਵੀ ਲੋਕ ਪਾਪ ਦੇ ਨਾਲ ਭਰੇ ਹੋਏ ਸਨ ਔਰ ਉਹਨਾਂ ਦੇ ਅੰਦਰ ਪਾਪ ਸੀ ਔਰ ਲੋਕ ਪਾਪ ਨਾਲ ਲੱਦੇ ਹੋਏ ਸਨ। ਪਰ ਉਸ ਵਕਤ ਪਰਮੇਸ਼ਵਰ ਜਦੋਂ ਨੂਹ ਦੇ ਨਾਲ ਗੱਲ ਕਰਦਾ ਹੈ, ਨੂਹ ਨੂੰ ਪਰਮੇਸ਼ਵਰ ਇੱਕ ਗੱਲ ਆਖਦਾ ਹੈ, ਉਹ ਕੀ ਹੈ ਕਿ ਤੂੰ ਜਹਾਜ਼ ਬਣਾ
ਔਰ ਤੂੰ ਤੇ ਉਹਦਾ ਤੇਰਾ ਘਰਾਣਾ ਉਹ ਉਸ ਦੇ ਵਿੱਚ ਚੜ ਜਾਓ। ਔਰ ਉਸ ਜਹਾਜ਼ ਦੀ ਜੋ ਵੀ ਮਾਡਲ ਸੀ ਪਰਮੇਸ਼ਰ ਨੇ ਉਸ ਨੂੰ ਦਿੱਤਾ, ਔਰ ਜਾਨਵਰਾਂ ਦੇ ਜੋੜੇ ਜੋੜੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਸ ਵਕਤ ਨੂਹ ਦੇ ਨਾਲ ਹਰ ਜਾਨਵਰ ਦਾ ਜੋੜਾ ਜੋੜਾ ਜਿਹੜਾ ਸੀ ਉਸ ਜਹਾਜ਼ ਦੇ ਵਿੱਚ ਚੜਾਇਆ ਗਿਆ, ਔਰ ਕਿਸ ਪ੍ਰਕਾਰ ਪਰਮੇਸ਼ਰ ਨੇ ਨੂਹ ਦੇ ਪਰਿਵਾਰ ਦੇ ਉੱਤੇ ਆਪਣਾ ਤਰਸ ਵਿਖਾਇਆ। ਔਰ ਅੱਜ ਅਸੀਂ ਪਰਮੇਸ਼ਰ ਦੇ ਵਚਨ 'ਚ ਵੇਖਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਹੁਣੇ ਪੜ੍ਹਿਆ ਹੈ ਕਿ ਪਰ ਨੂਹ ਉੱਤੇ ਯਹੋਵਾ ਦੀ ਕਿਰਪਾ ਦੀ ਨਿਗਾਹ ਹੋਈ। ਹਾਲੇਲੂਇਆ। ਪਲੀਜ਼ ਤੁਸੀਂ ਇਸ ਗੱਲ ਤੇ ਧਿਆਨ ਦਿਓ ਕਿ ਨੂਹ ਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਦੀ ਨਿਗਾਹ ਹੋਈ, ਤਾਂ ਦੈਟ ਮੀਨ ਤੁਸੀਂ ਸਮਝਦੇ ਹੋ ਕਿ ਜਦੋਂ ਨੂਹ ਤੇ ਕਿਰਪਾ ਹੋਈ ਤੇ ਉਹਨੇ ਕਿਸ ਤਰ੍ਹਾਂ ਆਪਣੇ ਘਰਾਣੇ ਸਮੇਤ ਉद्धार ਪਾਇਆ, ਉਹ ਬਚ ਗਿਆ। ਉਸ ਨੇ ਉਸ ਸਾਰੀ ਮੁਸੀਬਤ ਦੇ ਵਿੱਚ ਜਦ ਕਿ ਪੂਰਾ ਸੰਸਾਰ ਪਾਣੀ ਦੇ ਨਾਲ ਡੁੱਬ ਗਿਆ ਸੀ, ਔਰ ਬਾਈਬਲ ਦੱਸਦੀ ਹੈ ਕਿ ਹਰ ਇੱਕ ਉੱਚਾ ਪਹਾੜ, ਹਰ ਇੱਕ ਟੀਲਾ ਉਸ ਪਾਣੀ ਦੇ ਵਿੱਚ ਡੁੱਬ ਚੁੱਕਾ ਸੀ, ਪਰ ਨੂਹ ਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਦੀ ਨਿਗਾਹ ਸੀ। ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਦੀ ਕਿਰਪਾ ਕੀ ਕਰ ਸਕਦੀ ਹੈ। ਤੁਸੀਂ ਜਾਣਦੇ ਹੋ ਕਿ ਨੂਹ ਉਸ ਮੁਸੀਬਤ ਦੇ ਉੱਤੇ ਵਿਜਈ ਹੋਇਆ, ਜੇਤੂ ਹੋਇਆ, ਕਿਉਂਕਿ ਨੂਹ ਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਸੀ। ਹਾਲੇਲੂਇਆ। ਔਰ ਉਹ ਤੇ ਉਹਦਾ ਘਰਾਣਾ ਬਚ ਗਿਆ। ਤੁਸੀਂ ਜਾਣਦੇ ਹੋ ਕਿ ਨਵੇਂ ਨਿਯਮ ਦੇ ਵਿੱਚ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ। ਜਦੋਂ ਦਰੋਗਾ ਦੇ ਨਾਲ ਪਰਮੇਸ਼ਰ ਦੇ ਸੰਤਾਂ ਨੇ ਗੱਲ ਕੀਤੀ ਤਾਂ ਉਹ ਕਹਿੰਦਾ ਕਿ ਉद्धार ਪਾਣ ਲਈ ਮੈਂ ਕੀ ਕਰਾਂ, ਤਾਂ ਤੁਹਾਨੂੰ ਪਤਾ ਹੋਏਗਾ ਬਾਈਬਲ ਸਾਨੂੰ ਦੱਸਦੀ ਹੈ ਕਿ ਉਸ ਵਕਤ ਕਿਹਾ ਕਿ ਤੂੰ ਵਿਸ਼ਵਾਸ ਕਰ, you believe in Jesus Christ, you and your family will be saved. Hallelujah. ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਦੇ ਵਚਨ 'ਚ ਲਿਖਿਆ ਤੂੰ ਵਿਸ਼ਵਾਸ ਕਰ, ਤੂੰ ਅਤੇ ਤੇਰਾ ਘਰਾਣਾ ਬਚਾਇਆ ਜਾਵੇਗਾ। ਬਚਾਏ ਜਾਣ ਲਈ ਅਸੀਂ ਕੀ ਕਰਨਾ ਹੈ? ਬਾਈਬਲ 'ਚ ਲਿਖਿਆ ਵਿਸ਼ਵਾਸ ਕਰਨਾ ਹੈ। ਕਿਸ ਤੇ ਵਿਸ਼ਵਾਸ ਕਰਨਾ ਹੈ? ਅਸੀਂ ਪਰਮੇਸ਼ਰ ਦੇ ਵਚਨ ਤੇ ਅਤੇ ਉਸ ਦੀ ਸਾਡੇ ਲਈ ਠਹਿਰਾਈ ਹੋਈ ਯੋਜਨਾ ਦੇ ਉੱਤੇ ਕੀ ਕਰਨਾ ਹੈ? ਵਿਸ਼ਵਾਸ ਕਰਨਾ ਹੈ। ਹਾਲੇਲੂਇਆ। ਪ੍ਰਭੂ ਦੀ ਸਤੁਤੀ ਹੋਵੇ ਕਿ ਪਰਮੇਸ਼ਵਰ ਹਮੇਸ਼ਾ ਆਪਣੇ ਲੋਕਾਂ ਦੇ ਫੇਵਰ ਦੇ ਵਿੱਚ ਹੈ। ਤੁਸੀਂ ਜਾਣਦੇ ਹੋ ਕਿ ਨੂਹ ਦਾ ਪਰਮੇਸ਼ਰ ਫੇਵਰ ਕਿਉਂ ਲੈਂਦਾ ਹੈ? ਕਿਉਂਕਿ ਨੂਹ ਇੱਕ ਧਰਮੀ ਵਿਅਕਤੀ ਸੀ। ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਹੋ, ਅਗਰ ਤੁਸੀਂ ਨੇਚਾ ਦੇ ਵਿੱਚ ਹੋ, ਤਾਂ ਤੁਸੀਂ ਮੁਫਤ ਵਿੱਚ ਧਰਮੀ ਠਹਿਰੇ ਹੋ। ਹਾਲੇਲੂਇਆ। ਧਰਮੀ ਬਣਾਉਣ ਵਾਲਾ ਕੌਣ ਹੈ? ਧਰਮੀ ਬਣਾਉਣ ਵਾਲਾ ਕੇਵਲ ਉਹ ਧਰਮੀ ਪਰਮੇਸ਼ਵਰ ਹੈ। ਅੱਜ ਬਹੁਤ ਸਾਰੇ ਲੋਕ ਨੇ ਜੋ ਧਰਮਾਂ ਦੇ ਉੱਤੇ ਕਮੰਡ ਕਰਦੇ ਨੇ ਕਿ ਮੈਂ ਇਸ ਧਰਮ ਦਾ, ਮੈਂ ਇਸ ਧਰਮ ਦਾ, ਮੈਂ ਇਸ ਧਰਮ ਦਾ। ਕਈ ਲੋਕ ਕਹਿੰਦੇ ਨੇ ਸਾਡਾ ਧਰਮ ਪੁਰਾਣਾ ਹੈ। ਕਈ ਧਰਮਾਂ ਤੇ ਲੋਕ ਵਿਸ਼ਵਾਸ ਕਰ ਰਹੇ ਨੇ, ਪਰ ਮੈਂ ਤੁਹਾਨੂੰ ਅੱਜ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਪ੍ਰੇਰਿਤ ਕਰਦਾ ਹਾਂ ਕਿ ਤੁਸੀਂ ਸਿਰਫ ਉਸ ਧਰਮੀ ਪਰਮੇਸ਼ਵਰ ਤੇ ਵਿਸ਼ਵਾਸ ਕਰੋ। ਸਨਾਤਨ ਧਰਮ ਨਹੀਂ ਹਨ, ਸਨਾਤਨ ਪਰਮੇਸ਼ਵਰ ਹੈ। ਹਾਲੇਲੂਇਆ। ਉਹ ਸਦਾ ਤੋਂ ਸਦਾ ਤੱਕ ਰਹਿਣ ਵਾਲਾ ਪਰਮੇਸ਼ਵਰ ਹੈ, ਔਰ ਉਸ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ। ਜਿਸ ਨੇ ਵੀ ਉਸ ਤੇ ਵਿਸ਼ਵਾਸ ਲਿਆਂਦਾ, ਨੂਹ ਨੇ ਜਦੋਂ ਈਮਾਨ ਲਿਆਂਦਾ, ਤਾਂ ਤੁਸੀਂ ਜਾਣਦੇ ਹੋ ਕਿ ਨੂਹ ਅਤੇ ਉਹਦਾ ਘਰਾਣਾ ਉद्धार ਪਾਏ। ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਅੱਜ ਤੁਹਾਡੇ ਲਈ ਉਹ ਕਿਰਪਾ ਦਾ ਸਮਾਂ ਆ ਪਹੁੰਚਿਆ ਹੈ। ਤੁਹਾਡੇ ਲਈ ਦਇਆ ਦਾ ਟਾਈਮ ਆ ਚੁੱਕਾ ਹੈ ਕਿ ਜਿਸ ਤਰ੍ਹਾਂ ਪਰਮੇਸ਼ਵਰ ਨੇ ਨੂਹ ਦੇ ਉੱਤੇ ਕਿਰਪਾ ਕੀਤੀ, ਅੱਜ ਉਹ ਤੁਹਾਡੇ ਤੇ ਵੀ ਕਿਰਪਾ ਕਰਨਾ ਚਾਹੁੰਦਾ ਹੈ। ਉਹ ਤੁਹਾਡੇ ਘਰਾਣੇ ਨੂੰ ਵੀ ਬਚਾਉਣਾ ਚਾਹੁੰਦਾ ਹੈ। ਉਹ ਤੁਹਾਡੇ ਖਾਨਦਾਨ ਨੂੰ ਵੀ ਬਚਾਉਣਾ ਚਾਹੁੰਦਾ ਹੈ। ਆਓ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਵੱਲ ਫਿਰੀਏ। ਅਸੀਂ ਰੋਮਨਸ ਉਸ ਦਾ 5 ਅਧਿਆਇ ਤੇ 17 ਵਚਨ ਨੂੰ ਪੜਾਂਗੇ ਔਰ ਦੇਖਾਂਗੇ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਹੈ। ਜਦੋਂ ਉਸ ਇੱਕ ਦੇ ਅਪਰਾਧ ਦੇ ਕਰਕੇ ਉਸ ਇੱਕ ਦੇ ਰਾਹੀਂ ਮੌਤ ਨੇ ਰਾਜ ਕੀਤਾ। ਜਦੋਂ ਇੱਕ ਨੇ ਅਪਰਾਧ ਕੀਤਾ ਤੇ ਉਹਦੇ ਕਾਰਨ, ਆਦਮ ਦੇ ਕਾਰਨ ਮੌਤ ਨੇ ਸੰਸਾਰ ਤੇ ਰਾਜ ਕੀਤਾ, ਤਾਂ ਬਹੁਤ ਵਧੇਰੇ ਉਹ ਲੋਕ ਜਿਨ੍ਹਾਂ ਨੂੰ ਕਿਰਪਾ ਤੇ ਧਰਮ ਦੀ ਬਖਸ਼ੀਸ਼ ਵਾਫਰ ਮਿਲੀ ਹੈ, ਉਸ ਇੱਕ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ। ਹਾਲੇਲੂਇਆ। ਬਚਨ ਸਾਨੂੰ ਪਰਮੇਸ਼ਰ ਦਾ ਵਚਨ ਆਖਦਾ ਹੈ ਕਿ ਜਿਨ੍ਹਾਂ ਨੂੰ ਕਿਰਪਾ ਅਤੇ ਧਾਰਮਿਕਤਾ ਬਖਸ਼ੀਸ਼ ਦੇ ਵਿੱਚ ਮਿਲੀ ਹੈ, ਉਹ ਯਿਸੂ ਮਸੀਹ ਦੇ ਰਾਹੀਂ ਇਸ ਸੰਸਾਰ ਦੇ ਵਿੱਚ ਜੀਵਨ ਦੇ ਵਿੱਚ ਰਾਜ ਕਰਨਗੇ। ਅੱਜ ਤੁਹਾਡੇ ਵਿੱਚ ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਨੇ ਜਿਹੜੇ ਆਪਣੇ ਜੀਵਨ ਦੇ ਵਿੱਚ ਨਿਰਾਸ਼ਾ ਨੂੰ, ਬਹੁਤ ਸਾਰੀਆਂ ਕਮੀਆਂ ਨੂੰ, ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਔਰ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੇ ਸਟਰਗਲ, ਬਹੁਤ ਸਾਰੀਆਂ ਪ੍ਰੋਬਲਮਾਂ ਨੂੰ ਵੇਖ ਰਹੇ ਨੇ ਕਿ ਤੁਹਾਡੇ ਜੀਵਨ 'ਚ ਚੈਲੰਜ ਨੇ, ਤੁਹਾਡੇ ਜੀਵਨ ਦੇ ਵਿੱਚ ਡਿਫਿਕਲਟੀਜ਼ ਹੈਗੀਆਂ, ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਹੈਗੀਆਂ। ਲੇਕਿਨ ਪਰਮੇਸ਼ਵਰ ਅੱਜ ਆਪਣੇ ਵਚਨਾਂ ਦੇ ਰਾਹੀਂ ਸਾਨੂੰ ਕੁਝ ਸਿਖਾਉਂਦਾ ਹੈ। ਧਿਆਨ ਦਿਓ ਕਿ ਜਦੋਂ ਅਸੀਂ ਵੇਖਦੇ ਹਾਂ ਕਿ ਜਲ ਪ੍ਰਲੋ ਆਈ
उस वक्त नूह ने एक बेड़ा बनाया, पर ध्यान देने वाली गल यह है कि वह बेड़ा उसने जल परलों तो डर के नहीं बनाया। हालेलुया, प्रभु की स्तुति होवे। परमेश्वर ने प्रकाश तुहानू दिता कि उस वक्त नूह सिर्फ जल परलों के डर के कारण वो बेड़ा नहीं बना रहा से। उन्होंने कोई मैटर नहीं करता कि एक जल परलों आने वाली है, कोई मैटर नहीं करता कि संसार ते की होने वाला है। इस चीज़ नाल उसका कोई संबंध नहीं सी। उसका संबंध परमेश्वर दे नाल सी कि परमेश्वर ने उन्होंने करन नूं किया तो करेगा। वो बिना खौफ तो, बिना किसी डर तो जी रहा सी। ਉਹਦੇ इर्द गिर्द की हो रहा उसकी बिना परवाह कीते। हालेलुया, परमेश्वर का धन्यवाद है कि परमेश्वर अज अपने वचन के राही सानू सिखाता है कि तुहाडे इर्द गिर्द की हो रहा है। ये तुहानू चिंता करने की जरूरत नहीं है। ये तुहाडी चिंता का विषय नहीं है कि कौन की कर रहा है, तुहाडे इर्द गिर्द की हो रहा है, किहड़ी किहड़ी प्रॉब्लम हैगी है। पर परमेश्वर का वचन कहता है तुसी उन्हां वल ना वेखो, तुसी परमेश्वर वल वेखो। पता क्यों देखना है परमेश्वर दे वल? ਇਹਦਾ एक रीजन है, ਇਹਦਾ एक कारण है। कारण यह है कि तुसी हुण संसार दे नहीं हो। बाइबल दसदी है कि तुसी परमेश्वर दे हो, तुसी परमेश्वर तो हो। और बाइबल सानू दसदी कि जेड़े परमेश्वर तो हन उन्होंने संसार उत्ते जित पाई है। और जिन्हों ने जित पाई उन्हों का विश्वास, वो विश्वास जिन्हों का यह है कि यीशु परमेश्वर के पुत्र हैं। और मैं धन्यवाद करदा, बाइबल दसदी कि यीशु मसीह ने भी आख्या सी कि जिस तरह मैं इस संसार का नहीं, तुसी भी इस संसार दे नहीं हो। तो फिर तुसी संसार दियां प्रॉब्लमां नूं देख के क्यों घबरा रहे हो? बहुत सारे भैन भरा रोज न्यूज़ चैनल लगा के बैठे ने, उन्होंने दिल रोज तक कर रहा है कि की हो रहा है, पता नहीं कदों की हो जाएगा, हाय असी मर गए, हाय असी डुब गए। इस तरह का उस वक्त चेलियां दी लाइफ दे विच भी सी जदों वो बेड़ी विच जा रहे सन और बेड़ी डुबन लगी और कहन लगे कि प्रभु असी मर चले। क्योंकि उन्होंने सिर्फ उस सिचुएशन नूं वेख्या सी, पर उन्होंने उस प्रभु नूं नहीं वेख्या सी जो उन्हां दे नाल सी। हालेलुया, परमेश्वर तुहाडे नाल है, परमेश्वर तुहाडे फेवर दे विच है। तां किहड़ी चीज़ तुहानू परमेश्वर तो अड कर सकती है? बाइबल सानू दसदी है कि कोई भी चीज़ तुहानू हुण परमेश्वर तो वख नहीं कर सकती। और अज मैनू ये बहुत खुशी होंदी है तुहानू दसदियां कि परमेश्वर का वचन तुहाडे फेवर दे विच आखदा है कि चाहे कितनी भी डिफिकल्टीज, चाहे कितनी भी प्रॉब्लमां, चाहे तुहाडे सामने सिचुएशन कितनी भी खराब क्यों ना होवे, संसार च तुहाडे इर्द गिर्द भावें कुछ भी बीत रहा होवे, पर तुसीं उस दे बिना परवाह कीतियां परमेश्वर की आराधना करो, परमेश्वर नाल जुड़े रहो। पता क्यों? क्योंकि परमेश्वर की कृपा की निगाह अज तुहाडे उत्ते है। जिन्हां दे उत्ते परमेश्वर की कृपा हो जाती है, उन्हां हालातां दे विच भी, चाहे वो किन्ने भी हालात बदतर होण, परमेश्वर उन्हां हालातां चों कढ लैंदा है, उन्हां तो चुक लैंदा है। अगर तुहानूं विश्वास है कि परमेश्वर तुहाडे लई इह करेगा, परमेश्वर तुहाडा युद्ध लड़ेगा, तां तुहानूं अज परमेश्वर दे वचनां ते विश्वास करन दी जरूरत है। मैं चाहांगा मेरे नाल एक वचन होर पढ़िए, यूहन्ना और उसका 1 अध्याय ते 16वां वचन, प्लीज रीड इट। उसदी भरपूरी विचों असां सबना ने पाया, किरपा दे उत्ते किरपा। बाइबल दसदी है कि असी उसदी भरपूरी दे विचों सबना ने पाया है, किरपा उत्ते किरपा। की तुसी समझ रहे हो? मैं तुहाडे नाल पहला गल कीती है कि यूनाह दे उत्ते परमेश्वर दी किरपा दी निगाह होई। उस उत्ते की होई सी? परमेश्वर दी किरपा दी निगाह। और अज तुहाडे ते साडे ते की होई है? किरपा ते किरपा। हालेलुया। परमेश्वर का वचन की कहता, एक बार फिर उसनों पढ़ांगे और सुनांगे। यूहन्ना 1:16। उसदी भरपूरी विचों असां सबना ने पाया, उसदी भरपूरी विचों असीं सबना ने पाया, किरपा दे उत्ते किरपा, किरपा दे उत्ते किरपा। हालेलुया। अगर तुसीं स्माइल कर सकदे स्माइल करो, क्योंकि परमेश्वर तुहाडे फेवर दे विच है। परमेश्वर तुहाडे उत्ते केवल किरपा नहीं करदा, पर किरपा ते भी किरपा। परमेश्वर तुहाडे ते डबल किरपा कर रहा है। परमेश्वर तुहाडे ते अपना तरस वधा रहा है। जिस तरह परमेश्वर ने नूह दे उत्ते कीती, वो सिर्फ किरपा दी निगाह सी, पर तुहाडे उत्ते भरपूरी दे विचों किरपा ते किरपा है। और तुसी डरो ना, क्योंकि धर्मी बंदे हमेशा दलेर रहंदे ने ते धर्मी बंदे कदी भी
ਡੋਲਦੇ ਨਹੀਂ। ਧਰਮੀ ਬੰਦੇ ਸ਼ੇਰਾਂ ਵਾਂਗੂ ਖੜੇ ਰਹਿੰਦੇ ਨੇ। ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਉਹ ਕਿਸੇ ਬਦੀ ਤੋਂ ਨਹੀਂ ਡਰਨਗੇ। ਇਸ ਲਈ ਜ਼ਬੂਰ ਲਿਖਣ ਵਾਲਾ ਜ਼ਬੂਰ 23 ਦੇ ਵਿੱਚ ਕਹਿੰਦਾ ਹੈ, ਚਾਹੇ ਮੈਂ ਮੌਤ ਦੇ ਸਾਏ ਦੀ ਵਾਦੀ ਦੇ ਵਿੱਚ ਫਿਰਾਂ, ਮੈਂ ਨਾ ਡਰਾਂਗਾ, ਕਿਉਂ ਜੋ ਤੂੰ ਮੇਰੇ ਨਾਲ ਹੈ। ਜੇ ਪਰਮੇਸ਼ਵਰ ਨਾਲ ਹੈ ਤਾਂ ਡਰਨ ਦੀ ਜ਼ਰੂਰਤ ਨਹੀਂ ਹੈ। ਬਾਈਬਲ ਦੇ ਵਿੱਚ ਬਹੁਤ ਖੂਬਸੂਰਤੀ ਦੇ ਨਾਲ ਸੰਤ ਪੌਲੁਸ ਨੇ ਰੋਮੀਆਂ ਦੇ ਖੱਤ ਨੂੰ ਲਿਖਿਆ, ਇਫ ਗॉड ਬੀ ਫॉर ਅਸ who can be against us। ਜੇਕਰ ਪਰਮੇਸ਼ਵਰ ਸਾਡੇ ਵੱਲ ਹੈ ਤਾਂ ਸਾਡਾ ਵਿਰੋਧੀ ਕੀ ਕਰ ਸਕਦਾ ਹੈ? ਸਾਡੇ ਵਿਰੋਧ ਕੌਣ ਖੜਾ ਹੋਵੇਗਾ? ਮੇਰੇ ਪਿਆਰੇ ਭੈਣੋ ਤੇ ਭਰਾਵੋ, ਮੈਂ ਤੁਹਾਨੂੰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਅੱਜ ਨਿਉਤਾ ਦੇਣਾ, ਆਸ਼ਵਾਸਨ ਦੇਣਾ ਕਿ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਤੇ ਹੈ। ਕੋਈ ਬਿਮਾਰੀ ਤੁਹਾਨੂੰ ਟੱਚ ਨਹੀਂ ਕਰ ਸਕਦੀ, ਕੋਈ ਕਰੋਨਾ ਤੁਹਾਨੂੰ ਛੂ ਨਹੀਂ ਸਕਦਾ, ਕੋਈ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰ ਸਕਦੀ, ਬਿਕੋਜ਼ ਤੁਹਾਡੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੈ। ਤੁਹਾਨੂੰ ਕਿਰਪਾ ਦੀ ਜ਼ਰੂਰਤ ਹੈ। ਜਿਹੜੇ ਲੋਕ ਪਰਮੇਸ਼ਵਰ ਦੀ ਕਿਰਪਾ ਵਿੱਚ ਵਧ ਰਹੇ ਨੇ, ਮੈਂ ਉਹਨਾਂ ਲਈ ਸ਼ੁਕਰਗੁਜ਼ਾਰ ਹਾਂ। ਹਾਲੇਲੂਇਆ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਉਸ ਦੀ ਕਿਰਪਾ ਨੂੰ ਜਾਇਆ ਤਾਂ ਨਹੀਂ ਕਰ ਰਹੇ? ਕੀ ਤੁਸੀਂ ਉਸ ਦੀ ਕਿਰਪਾ ਨੂੰ ਵੇਸਟ ਤਾਂ ਨਹੀਂ ਕਰ ਰਹੇ? ਫਿਰ ਤੋਂ ਕਹਾਂਗਾ ਕਿ ਤੁਸੀਂ ਉਸ ਦੀ ਕਿਰਪਾ ਨੂੰ ਪਹਿਚਾਣੋ। ਉਹਦੀ ਕਿਰਪਾ ਅੱਜ ਤੁਹਾਡੇ ਉੱਤੇ ਹੈ। ਉਸ ਦੀ ਕਿਰਪਾ ਦੇ ਅਧੀਨ ਹੋ ਜਾਓ। ਪੁਰਾਣੇ ਨਿਯਮ ਦੇ ਵਿੱਚ ਬਹੁਤ ਸਾਰੀ ਕੰਡੀਸ਼ਨਸ ਸੀਗੀਆਂ, ਸ਼ਰਤਾਂ ਸੀ, ਪਰ ਨਵੇਂ ਨਿਯਮ ਦੇ ਵਿੱਚ ਜਿਹੜਾ ਮੇਮਣਾ ਯੀਸ਼ੂ ਮਸੀਹ ਸਾਨੂੰ ਦਿੱਤਾ ਉਹ ਕਿਰਪਾ ਦੇ ਨਾਲ ਦਿੱਤਾ ਹੈ। ਪਰਮੇਸ਼ਵਰ ਦੀ ਕਿਰਪਾ ਅੱਜ ਯੀਸ਼ੂ ਰਾਹੀਂ ਇਸ ਸੰਸਾਰ ਤੇ ਪ੍ਰਗਟ ਹੋਈ ਹੈ। ਪ੍ਰਭੂ ਯੀਸ਼ੂ ਮਸੀਹ ਸਾਡੇ ਲਈ ਤੇ ਤੁਹਾਡੇ ਲਈ ਕੀ ਲੈ ਕੇ ਆਏ ਹਨ? ਕਿਰਪਾ ਲੈ ਕੇ ਆਏ ਹਨ। ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਉਸ ਦੀ ਕਿਰਪਾ ਅੱਜ ਸਾਡੇ ਉੱਤੇ ਪ੍ਰਗਟ ਹੋ ਚੁੱਕੀ ਹੈ। 2 ਤਿਮੋਥੀਉਸ 2 ਦੀ 1 ਆਇਤ ਨੂੰ ਅਸੀਂ ਪੜਾਂਗੇ ਔਰ ਉਸ ਦੇ ਨਾਲ ਸਮਾਪਤੀ ਤੇ ਲੈ ਜਾਵਾਂਗੇ। ਪਲੀਜ਼ ਬੜੇ ਧਿਆਨ ਨਾਲ ਸੁਣੀਏ। ਉਪਰੰਤ ਹੈ ਮੇਰੇ ਬੱਚੇ, ਤੂੰ ਉਸ ਕਿਰਪਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਕੜਾ ਹੋ। ਧਿਆਨ ਦਈਏ ਇਸ ਵਚਨ ਤੇ ਕੀ ਲਿਖਿਆ ਹੈ? ਉਪਰੰਤ ਹੈ ਮੇਰੇ ਬੱਚੇ, हे मेरे बच्चे, तू उस किरपा नाल जो मसीह विच है तकड़ा हो। हालेलुया। बाइबल की कहती है कि तुसी उस किरपा नाल तकड़े होवो ਜਿਹੜੀ ਕਿਰਪਾ ਮਸੀਹ ਦੇ ਰਾਹੀਂ ਤੁਹਾਨੂੰ ਮਿਲਦੀ ਹੈ। ਜਿਹੜੀ ਯਿਸੂ ਮਸੀਹ ਦੇ ਵਿੱਚ ਕਿਰਪਾ ਹੈ, ਉਸ ਕਿਰਪਾ ਦੇ ਨਾਲ ਕੀ ਹੋ ਜਾਓ? ਸਟਰੋਂਗ ਹੋ ਜਾਓ, ਤਕੜੇ ਹੋ ਜਾਓ, ਮਜ਼ਬੂਤ ਹੋ ਜਾਓ। ਅੱਜ ਮੈਂ ਫਿਰ ਤੋਂ ਕਹਿਣਾ ਚਾਹਨਾ ਕਿ ਪਰਮੇਸ਼ਵਰ ਤੁਹਾਡੇ ਨਾਲ ਹੈ। ਉਹ ਤੁਹਾਡੇ ਹੱਕ ਵਿੱਚ ਹੈ। ਉਹ ਤੁਹਾਡੇ ਲਈ ਲੜਦਾ ਹੈ। ਉਹ ਤੁਹਾਡੇ ਲਈ ਸਭ ਕੁਝ ਕਰੇਗਾ। ਉਹ ਤੁਹਾਡਾ ਜੱਜ ਹੈ। ਉਹ ਤੁਹਾਡਾ ਵਕੀਲ ਹੈ। ਉਹ ਤੁਹਾਡਾ ਡਾਕਟਰ ਹੈ। ਉਹ ਤੁਹਾਡਾ ਰਾਜਾ ਹੈ। ਉਹ ਸਰਬ ਸ਼ਕਤੀਮਾਨ ਪਰਮੇਸ਼ਵਰ ਸਾਡਾ ਪਰਮੇਸ਼ਵਰ ਹੈ। ਉਹ ਸਾਡਾ ਪ੍ਰਭੂ ਹੈ। ਔਰ ਪ੍ਰਭੂ ਦੀ ਸਤੁਤੀ ਹੋਵੇ। ਜੇ ਉਹ ਸਾਡੇ ਫੇਵਰ ਦੇ ਵਿੱਚ ਹੈ, ਬੇਸ਼ੱਕ ਸਾਰਾ ਸੰਸਾਰ ਸਾਡੇ ਅਗੇਂਸਟ ਹੋਵੇ, ਕੋਈ ਪਰਵਾਹ ਨਹੀਂ, ਕਿਉਂਕਿ ਪਰਮੇਸ਼ਵਰ ਸਾਡੇ ਨਾਲ ਹੈ। ਸੰਸਾਰ ਨੂੰ ਨਹੀਂ ਵੇਖਾਂਗੇ, ਪਰਮੇਸ਼ਵਰ ਨੂੰ ਵੇਖਾਂਗੇ, ਕਿਉਂਕਿ ਅਸੀਂ ਸੰਸਾਰ ਦੇ ਨਹੀਂ ਹਾਂ ਜਿੱਦਾਂ ਉਹ ਸੰਸਾਰ ਦਾ ਨਹੀਂ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਮੈਂ ਤੁਹਾਨੂੰ ਸੰਸਾਰ ਵਿੱਚੋਂ ਚੁਣ ਲਿਆ ਹੈ। ਮੈਂ ਤੁਹਾਨੂੰ ਸੰਸਾਰ ਨਾਲੋਂ ਵੱਖਰਿਆਂ ਕਰ ਲਿਆ ਹੈ। ਜੇ ਉਹਨੇ ਸਾਨੂੰ ਵੱਖਰਿਆਂ ਕਰ ਲਿਆ ਹੈ ਤਾਂ ਫਿਰ ਸਾਨੂੰ ਸੰਸਾਰ ਦੀਆਂ ਚਿੰਤਾਵਾਂ ਕਿਉਂ ਸਤਾ ਰਹੀਆਂ ਹਨ? ਮੇਰੇ ਪਿਆਰੇ ਭੈਣੋ ਭਰਾਵੋ, ਕਿਤੇ ਨਾ ਕਿਤੇ ਸਾਨੂੰ ਆਪਣੇ ਵਿਸ਼ਵਾਸ ਦੀ ਰਾਖੀ ਕਰਨ ਦੀ ਲੋੜ ਹੈ ਔਰ ਸਾਨੂੰ ਆਪਣੇ ਆਪ ਨੂੰ ਕਿਰਪਾ ਦੇ ਹੇਠ ਲਿਆਉਣ ਦੀ ਲੋੜ ਹੈ। ਔਰ ਅਗਰ ਅੱਜ ਤੁਹਾਡੇ ਲਾਈਫ ਦੇ ਵਿੱਚ, ਤੁਹਾਡੇ ਪਰਿਵਾਰ ਦੇ ਵਿੱਚ, ਤੁਹਾਡੇ ਜੀਵਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਟਰਗਲ ਹੈ ਜਿਸ ਦੇ ਕਾਰਨ ਤੁਸੀਂ ਦੁਖੀ ਹੋ, ਪਰ ਉਹ ਸੰਸਾਰਿਕ ਗੱਲ ਹੈ, ਤਾਂ ਮੈਂ ਫਿਰ ਤੋਂ ਕਹਾਂਗਾ ਉਸ ਨੂੰ ਛੱਡ ਦਿਓ ਔਰ ਪਰਮੇਸ਼ਰ ਵੱਲ ਵੇਖਣਾ ਸ਼ੁਰੂ ਕਰੋ ਔਰ ਵੇਖੋਗੇ ਕਿ ਸਿਚੁਏਸ਼ਨ ਬਦਲ ਜਾਏਗੀ, ਹਾਲਾਤ ਬਦਲ ਜਾਣਗੇ, ਹਰ ਚੀਜ਼ ਤੁਹਾਡੇ ਫੇਵਰ 'ਚ ਆ ਜਾਏਗੀ, ਕਿਉਂਕਿ ਪਰਮੇਸ਼ਵਰ ਤੁਹਾਡੇ ਫੇਵਰ ਵਿੱਚ ਹੈ। ਜੇ ਪਰਮੇਸ਼ਵਰ ਸਾਡੇ ਨਾਲ ਹੈ ਤਾਂ ਕੋਈ ਚੀਜ਼ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਦੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਅੱਜ ਇਹਨਾਂ ਵਚਨਾਂ ਤੇ ਅਮਲ ਕਰੋਗੇ ਔਰ ਵਿਸ਼ਵਾਸ ਕਰੋਗੇ ਔਰ ਇਸ ਦੇ ਅਨੁਸਾਰ ਚੱਲੋਗੇ। ਔਰ ਮੈਂ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਹਾਂ ਕਿ ਇਸ ਵਚਨਾਂ ਦੇ ਰਾਹੀਂ ਪਰਮੇਸ਼ਰ ਨੇ ਸਾਨੂੰ ਦਲੇਰੀ ਦਿੱਤੀ, ਹਿੰਮਤ ਦਿੱਤੀ, ਸ਼ਕਤੀ ਦਿੱਤੀ ਕਿ ਤੁਸੀਂ ਆਸ਼ੀਸ਼ ਪਾਈ ਹੈ। ਅਸੀਂ ਆਸ਼ੀਸ਼ ਨੂੰ ਪਾਇਆ ਹੈ। ਇਸ ਵਚਨਾਂ ਦੇ ਰਾਹੀਂ ਅਸੀਂ ਬੜੀ ਦਲੇਰੀ ਨੂੰ ਪਾਇਆ ਹੈ ਔਰ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਵੀ ਉਸ ਦਲੇਰੀ ਨੂੰ ਪਾਇਆ ਹੈ। ਮੈਂ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਹਾਂ ਔਰ ਮੈਂ ਬੇਨਤੀ ਕਰਦਾ ਕਿ ਲਗਾਤਾਰ ਸਾਡੇ ਨਾਲ ਬਣੇ ਰਹੋ ਤਾਂ ਕਿ ਤੁਸੀਂ ਪਰਮੇਸ਼ਰ ਦੇ ਵਚਨਾਂ ਦੀ ਗਹਿਰਾਈ ਨੂੰ ਸਿੱਖ ਸਕੋ, ਸਮਝ ਸਕੋ। ਔਰ ਇਸ ਵਚਨ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਤੁਸੀਂ ਇਹਨਾਂ ਵਚਨਾਂ ਨੂੰ ਬਾਰ-ਬਾਰ ਸੁਣ ਕੇ ਆਪਣੇ ਦਿਲ ਨੂੰ ਦਲੇਰ ਕਰੋ, ਪਰਮੇਸ਼ਰ ਦੇ ਵਿੱਚ ਵਧੋ। ਔਰ ਅਗਰ ਤੁਹਾਡੀ ਲਾਈਫ ਦੇ ਵਿੱਚ ਕੋਈ ਇਦਾਂ ਦੇ ਸਵਾਲ ਨੇ, ਕੋਈ ਕੁਐਸਚਨ ਹੈ ਤੁਹਾਡਾ, ਤਾਂ ਤੁਸੀਂ ਸਾਡੇ ਇਸ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਕਮੈਂਟ ਕਰ ਸਕਦੇ ਹੋ। ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਔਰ ਅਸੀਂ ਜਲਦੀ ਕੋਸ਼ਿਸ਼ ਇਹ ਕਰਾਂਗੇ ਕਿ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹਾਜ਼ਰ ਹੋਈਏ
ਔਰ ਜਦ ਤੱਕ ਪਰਮੇਸ਼ਰ ਦਾ ਵਚਨ ਇਸੇ ਤਰ੍ਹਾਂ ਅਸੀਂ ਪਾਉਂਦੇ ਰਵਾਂਗੇ ਔਰ ਤੁਹਾਡੇ ਸਵਾਲ ਜਦ ਸਾਡੇ ਕੋਲ ਪਹੁੰਚ ਜਾਣਗੇ ਤੇ ਅਸੀਂ ਉਹਨਾਂ ਦੇ ਜਵਾਬ ਤੁਹਾਨੂੰ ਇਸੇ ਤਰ੍ਹਾਂ ਇਸੇ ਮਾਧਿਅਮ ਰਾਹੀਂ ਤੁਹਾਡੇ ਕੋਲ ਪਹੁੰਚਾਵਾਂਗੇ। ਔਰ ਮੈਂ ਪਰਮੇਸ਼ਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਿਆ ਹੈ ਔਰ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਜਾ ਰਹੀਆਂ ਨੇ ਤੁਹਾਨੂੰ ਛੱਡ ਕੇ। ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਔਰ ਪ੍ਰਾਰਥਨਾ ਕਰੀਏ। ਪਿਆਰੇ ਪਿਤਾ, ਮੈਂ ਤੇਰਾ ਸ਼ੁਕਰਗੁਜ਼ਾਰ ਹਾਂ ਤੇਰੇ ਬੱਚਿਆਂ ਨੇ ਜੋ ਵਚਨ ਨੂੰ ਸੁਣਿਆ, ਇਹਨਾਂ ਦੀ ਲਾਈਫ ਦੇ ਵਿੱਚ ਅੱਜ ਅਚੰਭੇ ਕੰਮ ਹੋਣ। ਇਹ ਖੁਦਾ ਬਾਪ ਆਲੇ ਦੁਆਲੇ ਨਾ ਵੇਖਣ, ਸੰਸਾਰ 'ਚ ਕੀ ਹੋ ਰਿਹਾ ਉਸ ਨੂੰ ਨਾ ਵੇਖਣ, ਪਰ ਤੇਰੇ ਵੱਲ ਤੱਕਦੇ ਰਹਿਣ, ਤਾਂ ਕਿ ਮਹਾਨ ਪਿਤਾ ਤੇਰੇ ਵਚਨ ਦੀ ਉਹ ਗੱਲ ਪੂਰੀ ਹੋਵੇ ਕਿ ਜਿਨ੍ਹਾਂ ਨੇ ਆਪਣੀਆਂ ਅੱਖਾਂ ਤੇਰੇ ਵੱਲ ਲਗਾਈਆਂ ਉਹਨਾਂ ਦੇ ਮੂੰਹ ਕਦੇ ਕਾਲੇ ਨਹੀਂ ਹੋਏ, ਉਹਨਾਂ ਦੇ ਮੂੰਹ ਕਦੇ ਸ਼ਰਮਿੰਦੇ ਨਹੀਂ ਹੋਏ। ਮਾਈ ਪੀਪਲ ਨੈਵਰ ਬੀ ਅਸ਼ੇਮਡ। ਹਾਲੇਲੂਇਆ। ਤੁਸੀਂ ਆਖਿਆ ਹੈ ਕਿ ਮੇਰੇ ਲੋਕ ਕਦੀ ਲੱਜਾਵਾਨ ਨਹੀਂ ਹੋਣਗੇ। ਜਿਹੜੇ ਲੋਕ ਤੁਹਾਨੂੰ ਤੱਕਦੇ ਨੇ ਉਹ ਕਦੀ ਸ਼ਰਮਿੰਦੇ ਨਹੀਂ ਹੁੰਦੇ। ਪਿਆਰੇ ਪਿਤਾ, ਅਸੀਂ ਤੇਰੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਤੁਸੀਂ ਸਾਡੇ ਫੇਵਰ ਦੇ ਵਿੱਚ ਆ, ਤੁਸੀਂ ਸਾਡੇ ਨਾਲ ਆ ਔਰ ਤੁਸੀਂ ਸਾਡੇ ਤੇ ਆਪਣੀ ਕਿਰਪਾ ਨੂੰ ਵਧਾਇਆ ਹੈ ਔਰ ਸਾਨੂੰ ਤੁਸੀਂ ਮੁਫਤ ਵਿੱਚ ਧਰਮੀ ਬਣਾਇਆ ਹੈ। ਔਰ ਪਿਆਰੇ ਪਿਤਾ, ਅਸੀਂ ਤੇਰੇ ਸ਼ੁਕਰਗੁਜ਼ਾਰ ਹਾਂ। ਜਦੋਂ ਅਸੀਂ ਤੇਰੇ ਵਚਨਾਂ ਤੇ ਯਕੀਨ ਲਿਆਂਦਾ ਹੈ ਤਾਂ ਅਸੀਂ ਜਾਣਦੇ ਹਾਂ ਪਿਆਰੇ ਪਿਤਾ, ਤੂੰ ਸਾਨੂੰ ਸਾਰੀਆਂ ਮੁਸ਼ਕਲਾਂ ਚੋਂ ਬਾਹਰ ਲੈ ਗਿਆ ਹੈ ਔਰ ਤੇਰਾ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਕਿ ਸੱਚਮੁੱਚ ਮਹਾਨ ਪਿਤਾ ਤੂੰ ਸਾਡੇ ਨਾਲ ਰਹਿੰਦਾ ਹੈ ਔਰ ਸਾਨੂੰ ਹਰੀਆਂ ਹਰੀਆਂ ਜੂਹਾਂ ਵਿੱਚ ਚਰਾਉਂਦਾ ਹੈ। ਸਾਰੀ ਮਹਿਮਾ ਔਰ ਆਦਰ ਤੁਹਾਨੂੰ ਦਿੰਦੇ ਹਾਂ। ਯੀਸ਼ੂ ਮਸੀਹ ਦੇ ਜਿਉਂਦੇ ਨਾਮ 'ਚ ਮੰਗ ਲੈਂਦੇ ਹਾਂ, ਆਮੀਨ ਆਮੀਨ। शालोम। प्रभु आप सबको आशीष दे, परमेश्वर ਤੁਹਾਨੂੰ बरकत देवे। गॉड ब्लेस यू। जय मसीह दी।